ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। मैं हाँ प्रवीण शर्मा लैके हाजिर हाँ सीबीसी टीवी की खास पेशकश टीका टिप्पणी। इस प्रोग्राम ਵਿੱਚ ਗੱਲਬਾਤ ਕਰਾਂਗੇ ਸਿਆਸੀ ਸ਼ੋਰ ਤੋਂ ਦੂਰ ਦੀ ਗੱਲਬਾਤ ਕਰਾਂਗੇ ਕਿਉਂਕਿ ਖਬਰਾਂ ਕੱਲੀਆਂ ਰੈਲੀਆਂ ਦੀਆਂ ਹੀ ਨਹੀਂ ਹੁੰਦੀਆਂ, ਖਬਰਾਂ ਉਹ ਵੀ ਹੁੰਦੀਆਂ ਨੇ ਜਿਹੜੀਆਂ ਜਨ ਸਰੋਕਾਰਾਂ ਨਾਲ ਜੁੜੀਆਂ ਹੋਣ। ਇਹੋ ਜਿਹਾ ਕਿਹੜਾ ਕਾਨੂੰਨ ਮੋਦੀ ਸਰਕਾਰ ਲਿਆ ਰਹੀ ਹੈ ਜਿਹਨੂੰ ਸੁਣ ਕੇ ਦੇਸ਼ ਦੇ ਵਿੱਚ ਤਰਥੱਲੀ ਮੱਚ ਗਈ ਹੈ। ਸਿਲਸਿਲਾ ਜਾ ਕੇ ਜੁੜਦਾ ਹੈ ਅਫਸਰਸ਼ਾਹੀ ਤੇ ਰਾਜਾਂ ਦੇ ਅਧਿਕਾਰਾਂ ਨਾਲ। ਤਫਸੀਲ ਦੱਸਣਗੇ ਮਿੰਟੂ ਜੀ। ਤਫਸੀਲ ਸੁਣ ਕੇ ਤੁਹਾਨੂੰ ਸੰਤੁਸ਼ਟੀ ਜ਼ਰੂਰ ਹੋਏਗੀ ਇਸ ਗੱਲ ਦੀ कि हाँ कुछ ऐसा मिलिया जो किते होर नहीं मिलिया। उस तो बाद चर्चा करांगे उन्हां आगूआं दी, किसान आगूआं दी जिहड़े सियासी सिस्टम नूं बदलण आए पर थिड़कदे नज़र आ रहे ने जां फाड़ी नज़र क्यों आउण लग पए ने, सिद्धांतां तो भी उखड़े नज़र आ रहे ने क्यों। अमरिंदर सिंह, कैप्टन अमरिंदर सिंह ते सुखदेव सिंह ढींडसा जफ्फियां पईआं सन पर सियासी तरेड़ां दीआं कंसूआं कित्थों आ रहीआं ने, ਇਹ ਦੱਸਣਗੇ ਮਿੰਟੂ ਗੁਰਸੇਗਾ ਜੀ। ਜੁੜਦੇ ਉਹਨਾਂ ਦੇ ਨਾਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਸ਼ੁਰੂਆਤ ਮੋਦੀ ਸਾਹਿਬ ਤੋਂ ਕਰ ਲਗੇ ਸਿਆਸੀ ਕਾਨੂੰਨ ਲਿਆ ਕੇ ਖੇਤੀ ਕਾਨੂੰਨ ਲਿਆ ਕੇ ਪੂਰੇ ਵਰਲਡ ਨੂੰ ਦੱਸਦਾ ਵੀ ਸਾਡੇ ਲੋਕ ਅਹਿੰਸਕ ਪ੍ਰਦਰਸ਼ਨ ਵੀ ਕਰਦੇ ਆ। ਪਰ ਹੁਣ ਐਸਾ ਕਿਹੜਾ ਕਾਨੂੰਨ ਹੈ, ਉਹ ਤਾਂ ਪਿੱਛੇ ਹੋ ਗਏ, ਜਿਹਦੇ ਨਾਲ ਤਰਥੱਲੀ ਮੱਚੀ ਵੀ ਹੈ, ਖਾਸ ਕਰਕੇ ਅਫਸਰਸ਼ਾਹੀ ਨਾਲ ਲਿੰਕ ਹੁੰਦੀਆਂ ਨੇ ਗੱਲਾਂ। ਨਹੀਂ ਦੇਖੋ, ਇਹ ਕਾਨੂੰਨ ਨਹੀਂ ਹੁੰਦਾ, ਇਹ ਇੱਦਾਂ ਦੀਆਂ ਅਮੈਂਡਮੈਂਟਸ ਆਉਂਦੀਆਂ ਨੇ ਔਰ ਕਈ ਵਾਰ ਇਹ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਹੋ ਜਾਂਦੀਆਂ ਨੇ ਜੀ। ਦਰਅਸਲ ਕੀ ਹੈ ਕਿ ਸਾਡਾ ਇੱਥੇ ਇੱਕ ਅਫਸਰਸ਼ਾਹੀ ਦੇ ਵਿੱਚ ਬਹੁਤ ਅਹਿਮ ਇੱਕ ਹਿੱਸਾ ਹੈ IAS। ਹਾਂਜੀ। IAS ਤੋਂ ਇਲਾਵਾ ਜੇ ਤੁਸੀਂ ਦੇਖੋਗੇ ਜਿਹੜੀ ਆਲ ਇੰਡੀਆ ਸਰਵਿਸ ਹੈ UPSC ਦੇ ਥਰੂ ਜੋ ਸਾਰੀ ਹੁੰਦੀ ਹੈ ਪ੍ਰੀਖਿਆ ਕੰਡਕਟ ਹੁੰਦੀ ਹੈ, ਉਹਦੇ ਵਿੱਚ ਇੱਕ ਆ ਗਿਆ ਤੁਹਾਡਾ IFS ਜੀ, ਤੇ ਇੱਕ IPS ਤੇ ਦੂਸਰਾ IAS। ਇਸ ਤਰ੍ਹਾਂ ਤਿੰਨ ਹੋ ਗਏ। ਠੀਕ ਹੈ। ਤਾਂ IAS ਦਾ ਕੀ ਹੈ ਕਿ ਦੇਖੋ ਜਿਹੜੇ DC ਹੁੰਦੇ ਆ ਸਾਡੇ, ਜਦੋਂ ਟ੍ਰੇਨਿੰਗ ਵਗੈਰਾ ਕਰ ਲੈਂਦੇ ਆ, ਇਹਨਾਂ ਨੂੰ ਇੱਕ ਕੈਡਰ ਦਿੱਤਾ ਜਾਂਦਾ ਹੈ। ਠੀਕ ਹੈ। ਪੰਜਾਬ ਕੈਡਰ ਆ, ਅਸਮ ਕੈਡਰ ਆ, ਇਸ ਤਰ੍ਹਾਂ ਹੀ ਆਉਂਦੇ ਆ ਨਾ। ਜੀ ਜੀ। ਹੁੰਦਾ ਕੀ ਹੈ ਕਿ ਹੁਣ ਜ਼ਰੂਰਤ ਤੇ ਜਿਹੜੀ ਹੈ ਉਹ ਕੇਂਦਰ ਨੂੰ ਵੀ ਹੈ ਜੀ। ਕੇਂਦਰ ਦਾ ਜਿਹੜਾ ਕੋਈ ਵੀ ਕੰਮ ਕਰ ਰਿਹਾ ਉਹ ਅਫਸਰਸ਼ਾਹੀ ਨਾਲ ਹੀ ਚੱਲਣਾ ਹੈ ਨਾ। ਹਾਂ ਬਿਲਕੁਲ। ਤਾਂ ਉਹ ਸਾਰੇ ਰਾਜਾਂ 'ਚ ਘੱਲ ਜ਼ਰੂਰ ਦਿੱਤੇ ਜਾਂਦੇ ਆ IAS। ਠੀਕ ਹੈ। ਪਰੰਤੂ ਉਸ ਤੋਂ ਬਾਅਦ ਜਿਹਨੂੰ ਆਪਾਂ ਸੈਂਟਰਲ ਡੈਪੂਟੇਸ਼ਨ ਕਹਿੰਦੇ ਆ, ਉਹਦੇ ਤੇ ਵਾਪਸ ਫਿਰ ਭੇਜੇ ਜਾਂਦੇ ਨੇ। ਠੀਕ ਹੈ। ਇਹ ਪ੍ਰੋਸੈਸ ਹੈ ਜੀ। ਇਹਦੇ ਵਿੱਚ ਕੀ ਆ ਕਿ ਵੈਸੇ ਪਹਿਲਾਂ 20% ਹੁੰਦਾ ਸੀ। ਫਰਜ਼ ਕਰੋ ਸਾਡੇ ਪੰਜਾਬ ਦੇ ਵਿੱਚ 100 IAS ਹੈ, ਤਾਂ ਪੰਜਾਬ ਨੇ 20% ਉੱਥੇ ਭੇਜਣਾ ਹੀ ਭੇਜਣਾ ਸੀ। ਠੀਕ ਹੈ। ਪਰ ਬਾਅਦ ਦੇ ਵਿੱਚ ਹੋਇਆ ਕਿ 25 ਹੋ ਗਿਆ, ਹੁਣ 40 ਹੈ ਕਿ 40% ਤੁਸੀਂ ਡੈਪੂਟੇਸ਼ਨ ਤੇ ਘੱਲਣੇ ਤਾਂ ਕਿ ਉੱਥੋਂ ਦਾ ਕੰਮਕਾਰ ਵੀ ਚੱਲਦਾ ਰਹੇ। ਹੁਣ ਇਹ ਜਿਹੜੀ ਮਤਲਬ ਕਿ ਕਹਿ ਲਓ ਕਿ ਰੂਲ ਬੁੱਕ ਆ ਜਾਂ ਸਰਵਿਸ ਰੂਲ ਆ, ਉਹਦੇ ਵਿੱਚ ਇੱਕ ਅਮੈਂਡਮੈਂਟ ਲਿਆ ਰਹੇ ਆ। ਸੈਂਕਸ਼ਨ ਮੇਰੇ ਖਿਆਲ ਦੇ ਨਾਲ ਸੈਕਸ਼ਨ 6 ਨੂੰ ਥੋੜਾ ਅਮੈਂਡ ਕਰ ਰਹੇ ਨੇ। ਠੀਕ ਹੈ। ਉਹਦੇ ਵਿੱਚ ਕੀ ਆ ਕਿ ਅੱਗੇ ਜਿੱਦਾਂ ਮੰਨ ਲਓ ਕੋਈ ਵੀ IAS ਆ, ਉਹਨਾਂ ਨੇ ਬੁਲਾਉਣਾ ਹੈ, ਹਾਲਾਂਕਿ ਉਹਦਾ ਕੰਸੈਂਟ ਹੋ ਗਿਆ, ਔਰ ਪਲੱਸ ਜਿਹੜੀ ਰਾਜ ਸਰਕਾਰ ਆ ਉਹਨਾਂ ਨੇ ਕਹਿਣਾ ਕਿ ਹਾਂ ਭਾਈ ਸਾਨੂੰ ਇੰਨੇ IAS ਜਿਹੜੇ ਭੇਜੋ, ਘਲਾਓ ਤੁਸੀਂ ਸੈਂਟਰਲ ਡੈਪੂਟੇਸ਼ਨ ਤੇ। ਤਾਂ ਇਹਨਾਂ ਵੱਲੋਂ ਨੋ ਆਬਜੈਕਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਕਿ ਲਓ ਭਾਈ। ਠੀਕ ਹੈ। ਹੁਣ ਦਿੱਕਤ ਜਿੱਥੋਂ ਸ਼ੁਰੂ ਹੋਈ ਹੈ ਉਹ ਦਿੱਕਤ ਇਹ ਆ ਕਿ ਦਰਅਸਲ ਗੱਲ ਸ਼ਾਇਦ ਹੀ ਨਹੀਂ, ਗੱਲ ਪੈ ਦੀ ਹੈ ਕਿ ਸੈਂਟਰ ਨੂੰ ਵੀ ਚਾਹੀਦੇ ਆ, ਨੋ ਡਾਊਟ ਜੀ, ਸੂਬਾਈ ਸਰਕਾਰਾਂ ਨੂੰ ਵੀ ਚਾਹੀਦੇ ਆ, ਨੋ ਡਾਊਟ ਜੀ। ਦਿੱਕਤ ਇਹ ਆ ਕਿ ਜਿਹੜੀਆਂ ਸੂਬਾਈ ਸਰਕਾਰਾਂ ਨੇ, ਸੂਬੇ ਆ ਜਿਹੜੇ, ਉਹ ਕਹਿੰਦੇ ਆ ਕਿ ਸਾਡੇ ਕੋਲ ਤੇ ਪਹਿਲਾਂ ਹੀ ਅਫਸਰਸ਼ਾਹੀ ਦੇ ਵਿੱਚ IAS ਦੀ ਥੋੜਿਆ। ਠੀਕ ਹੈ। ਕੇਂਦਰ ਕਹਿੰਦਾ ਕਿ ਸਾਡਾ ਕੰਮ ਕਰ ਨਹੀਂ ਚੱਲਦਾ। ਹੁਣ ਦਿੱਕਤ ਜਿੱਥੇ ਹੈ, ਉਹਨਾਂ ਨੇ ਜੋ ਅਮੈਂਡਮੈਂਟ ਲਿਆਂਦੀ ਉਹਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਕਿ ਅੱਗੇ ਕੀ ਕਰਦੇ ਸੀ ਰਾਜ, ਉਹਨਾਂ ਨੇ ਮੰਗ ਕੀਤੀ, ਇਹ ਅਵੇਸਲੀ ਵੀ ਹੋ ਜਾਂਦੇ ਸੀ। ਕਈ ਵਾਰ ਤੁਸੀਂ ਬੰਗਾਲ ਵਾਲਾ ਮਾਮਲਾ ਦੇਖਿਆ ਹੋਣਾ, ਉੱਥੇ ਟਕਰਾਅ ਵੀ ਹੋਇਆ ਬਿਲਕੁਲ। ਬਿਊਰੋਕ੍ਰੇਸੀ ਦੇ ਕੁਛ ਬੰਦੇ ਇਹਨਾਂ ਨੇ ਮੰਗਾਣੇ ਚਾਹੇ ਸੀ, ਉਹਨਾਂ ਨੇ ਇਨਕਾਰ ਕਰ ਦਿੱਤਾ। ਹਾਂਜੀ, ਬੰਦੋਪਾਧਿਆਏ ਦਾ ਮਾਮਲਾ ਹੈਗਾ, ਇੱਕ IPS ਦਾ ਵੀ ਸੀਗਾ। ਠੀਕ ਹੈ। ਖੈਰ ਇੱਕ ਐਕਸਟੈਂਸ਼ਨ ਦਾ ਵੀ ਸੀਗਾ। ਬਥੇਰੇ ਮਾਮਲੇ ਤੁਹਾਨੂੰ ਇੰਡੀਆ ਦੇ ਵਿੱਚ ਨਜ਼ਰ ਆ ਜਾਣਗੇ। ਗੱਲ ਇਹ ਆ ਕਿ ਜਦੋਂ ਹੁਣ ਰਾਜ ਸਰਕਾਰਾਂ ਜਿਹੜੀਆਂ ਉਹ ਘਲਾਉਣਗੀਆਂ ਤਾਂ ਉੱਥੇ ਜਾਣਾ ਸੈਂਟਰਲ ਡੈਪੂਟੇਸ਼ਨ ਤੇ। ਵੈਸੇ ਇਹ ਤੇ ਸਾਫ਼ ਆ ਕਿ ਜਿਹੜੇ ਜੁਆਇੰਟ ਸੈਕਟਰੀ ਤੱਕ ਜਾਂ ਹੋਰ ਉੱਚ ਪੱਧਰੀ ਪਹੁੰਚਦੇ IAS ਉਹ ਇਸੇ ਤਰ੍ਹਾਂ ਹੀ ਜਾਂਦੇ ਨੇ। ਕੁਛ ਉਹਨਾਂ ਦਾ ਐਕਸਪੀਰੀਅੰਸ ਏਦਾਂ ਹੋ ਜਾਂਦਾ ਤੇ ਕੁਛ ਜਾ ਕੇ ਸੈਂਟਰਲ ਡੈਪੂਟੇਸ਼ਨ ਤੇ ਉਹ ਕੰਮਕਾਰ ਦੇਖਦੇ ਨੇ। ਹੁਣ ਦਿੱਕਤ ਜਿੱਥੇ ਆ ਰਹੀ ਹੈ, ਮੈਂ ਉਹਦੀ ਗੱਲ ਕਰਾਂ ਤਾਂ
ਇਹ ਆ ਕਿ ਸੈਂਟਰ ਸਰਕਾਰ ਜੇ ਮੰਨ ਲਓ ਆਈਐਸ ਮੰਗਾਉਂਦੀ ਹੈ, ਇਹ ਨਹੀਂ ਭੇਜਦੇ ਤਾਂ ਉਹਦੇ ਵਿੱਚ ਕੀ ਹੈ ਕਿ ਇਹਨਾਂ ਦਾ ਕੰਸੈਂਟ ਹੁਣ ਕੋਈ ਜ਼ਰੂਰੀ ਨਹੀਂ ਹੋਏਗਾ। ਠੀਕ ਹੈ, ਬਾਈਪਾਸ ਆ ਜੀ, ਮਤਲਬ ਕਿ ਉਹਨਾਂ ਦੀ ਹੀ ਮਰਜ਼ੀ ਚੱਲੇਗੀ ਕਿ ਆ ਬਾਈ ਇੰਨੇ ਆਉਣੇ ਆ ਤਾਂ ਆਉਣੇ ਹੀ ਆਉਣੇ ਆ ਜੀ। ਅੱਛਾ, ਯਾਨੀ ਜੋ ਇੱਕ ਐਨਓਸੀ ਕਹਿ ਲਓ ਕਿ ਸੂਬਾਈ ਸਰਕਾਰਾਂ ਕੋਲ ਸੀਗੀ, ਫੈਡਰਲ ਸਿਸਟਮ ਦੇ ਵਿੱਚ ਇੱਕ ਤਾਕਤ ਸੀਗੀ, ਉਹ ਤਾਕਤ ਬਿਲਕੁਲ ਹੁਣ ਬਾਈਪਾਸ ਕਰ ਦਿੱਤੀ ਗਈ ਆ, ਸੈਂਟਰ ਦੇ ਹੱਥ ਆ। ਆਹ ਰੌਲਾ ਹੈ। ਠੀਕ ਹੈ, ਹਾਲਾਂਕਿ ਸਾਡੇ ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਕਿਸੇ ਵੀ ਪੋਲੀਟੀਸ਼ੀਅਨ ਦੀ ਕੋਈ ਸਟੇਟਮੈਂਟ ਤੱਕ ਨਹੀਂ ਹੈ, ਜਦ ਕਿ ਕੇਰਲ, ਪੱਛਮੀ ਬੰਗਾਲ ਇਹ ਫੈਡਰਲਿਜ਼ਮ ਤੇ ਇੱਕ ਹਮਲਾ ਕਰਾਰ ਦੇ ਰਹੇ ਨੇ। ਬਿਲਕੁਲ ਦੇ ਰਹੇ ਨੇ ਕਿ ਇਹ ਬਹੁਤ, ਦੇਖੋ ਗੱਲ ਕੀ ਹੈ ਕਿ ਦੋਵੇਂ ਪਾਸੇ ਤੋਂ ਜੇ ਆਪਾਂ ਦੇਖੀਏ, ਕੇਂਦਰ ਸਰਕਾਰ ਉਸ ਮਾਮਲੇ 'ਚ ਕਿਤੇ ਨਾ ਕਿਤੇ ਉਹ ਵੀ ਸਹੀ ਹੈ ਜੀ ਤੇ ਉਹਨਾਂ ਨੇ ਵੀ ਕੰਮ ਕਰ ਚਲਾਉਣਾ, ਸੂਬੇ ਦੀਆਂ ਸਰਕਾਰਾਂ ਜਿਹੜੀਆਂ ਉਹ ਵੀ ਆਪਣੀ ਥਾਂ ਤੇ ਸਹੀ ਨੇ। ਹੁਣ ਦਿੱਕਤ ਜਿਹੜੀ ਹੈ ਉਸ ਦਿੱਕਤ ਵੱਲ ਤੇ ਕੋਈ ਜਾਂਦਾ ਨਹੀਂ ਹੈ। ਠੀਕ ਹੈ, ਮਸਲਾ ਹੈ ਕਿ ਜਿੰਨੇ ਸਾਨੂੰ ਆਈਐਸ ਚਾਹੀਦੇ 1 ਸਾਲ ਦੇ ਵਿੱਚ, ਉਹ ਆਈਐਸ ਉਹਨੇ ਬਣ ਨਹੀਂ ਪਾ ਰਹੇ, ਭਰਤੀ ਨਹੀਂ ਹੋ ਰਹੀ ਜੀ, ਰੈਗੂਲਰ ਭਰਤੀ ਹੋਣੀ ਚਾਹੀਦੀ ਆ। ਮੈਂ ਪਿੱਛੇ ਜੇ ਇੱਕ ਰਿਪੋਰਟ ਪੜ੍ਹ ਰਿਹਾ ਸਾਂ, ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਸੀਗਾ ਕਿ ਸਾਡੇ ਕੋਲ ਅੱਜ ਦੀ ਤਰੀਕ ਦੇ ਵਿੱਚ 5200 ਨੇ। ਠੀਕ ਹੈ, ਆਈਐਸ, ਜਦ ਕਿ ਲੋੜ ਦੇ ਮੁਤਾਬਕ ਜਾਂ ਜੋ ਪੋਸਟਾਂ ਸਾਨੂੰ ਚਾਹੀਦੀਆਂ ਉਹ ਇਸ ਟਾਈਮ ਤਕਰੀਬਨ 6600 ਚਾਹੀਦੀਆਂ। ਮਤਲਬ ਕਿ ਤੁਸੀਂ ਦੇਖੋਗੇ ਤਾਂ ਆਲਮੋਸਟ 20-25% ਸ਼ਾਰਟੇਜ ਹੈ। ਤਾਂ ਦਿੱਕਤ ਤਾਂ ਦੂਰ ਇੱਥੇ ਹੋਣੀ ਚਾਹੀਦੀ ਹੈ ਕਿ ਸੂਬਿਆਂ ਕੋਲ ਵੀ ਕੰਮਕਾਰ ਚਲਾਉਣ ਵਾਸਤੇ ਲੋੜੀਂਦੀ ਮਾਤਰਾ ਦੇ ਵਿੱਚ ਅਫਸਰਸ਼ਾਹੀ ਹੋਵੇ ਤੇ ਉਹਨਾਂ ਦੇ ਕੋਲ ਵੀ ਹੋਵੇ। ਬਿਲਕੁਲ, ਪਰ ਹੁਣ ਇਹ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੀ ਸਰਕਾਰ ਮੈਂ ਤੇ ਦੇਖੀ ਪਹਿਲੀ ਵਾਰੀ ਆ। ਵੈਸੇ ਉਹ ਕਹਿੰਦੇ ਹੁੰਦੇ ਆ ਕਿ ਜਿਹੜਾ ਸਿਆਣਾ ਬੰਦਾ ਨਾ ਅਕਲ ਵਾਲਾ, ਉਹਦੇ ਨਾਲ ਭਿੱਖ ਵੀ ਮੰਗੀ ਜਿਹੜੀ ਹੈ ਨਾ ਚੰਗੀ ਆ। ਮੂਰਖ ਦਾ ਰਾਜ ਮਾਣਿਆ ਵੀ ਮੰਦਾ ਹੈ ਜੀ। ਅੱਛਾ, ਮੂਰਖ ਦੇ ਰਾਜ ਨਾਲੋਂ ਕਹਿੰਦੇ ਆ ਕਿ ਅਕਲਵਾਨ ਆ ਨਾ ਜਿਹੜਾ, ਉਹਦੇ ਨਾਲ ਭਿੱਖ ਮੰਗ ਲਓ। ਇਹਨਾਂ ਨੂੰ ਹੁਣ ਦੇਖੋ ਗੱਲ ਕੀ ਹੈ ਕਿ ਕੀ ਕਹੀਏ ਕੀ ਨਹੀਂ। ਜਿਹੜੀਆਂ ਸਾਡੀਆਂ ਸੈਂਟਰਲ ਦੀਆਂ ਹੋਰ ਪੋਸਟਾਂ ਨੇ ਉਹ ਵੀ ਸਾਰੀਆਂ ਖਾਲੀ ਪਈਆਂ ਤਕਰੀਬਨ। ਬਹੁਤ ਹੱਦ ਤੱਕ ਜੇ ਤੁਸੀਂ ਦੇਖੋਗੇ ਨਾ ਤਾਂ ਮੇਰੇ ਖਿਆਲ ਦੇ ਨਾਲ 50% ਹੀ ਵੈਕੈਂਸੀਆਂ ਹੋਣੀਆਂ ਜਿਹੜੀਆਂ ਖਾਲੀ ਪਈਆਂ ਹੋਣਗੀਆਂ। ਹੁਣ ਇੱਧਰ ਆ ਕਿ ਇਹ ਦੂਰ ਕਰਨ ਦੀ ਜ਼ਰੂਰਤ ਆ, ਤਾਂ ਉਹਨਾਂ ਨੇ ਚੁੱਪ ਕਰਕੇ ਬਾਈਪਾਸ ਹੀ ਕਰ ਦਿੱਤਾ ਕਿ ਸਾਡਾ ਕੰਮ ਕਾਰ ਚੱਲਦਾ ਰਵੇ, ਸੂਬੇ ਜਾਣ ਢੱਠੇ ਖੂਹ ਚ। ਅੱਛਾ, ਹੁਣ ਇਸੇ ਗੱਲ ਤੇ ਹੀ ਇੱਕ ਰੌਲਾ ਪੈ ਰਿਹਾ, ਨਾਲੇ ਅਫਸਰ ਖੋਲਿਆ ਨਾਲੇ ਇਖਤਿਆਰ ਖੋਲਿਆ। ਜੀ ਜੀ, ਦੋਨੇ ਚੀਜ਼ਾਂ ਗਈਆਂ। ਮੈਨੂੰ ਜੀ ਸਿਆਸਤ ਵੱਲ ਨੂੰ ਅੱਗੇ ਕਿਸਾਨਾਂ ਤੇ ਅੱਕ ਸੀ ਦੁਨੀਆ ਭਰ ਦੀ। ਜਦੋਂ ਮੋਰਚਾ ਜਿੱਤਿਆ ਬੜੀ ਲੋਕਾਂ ਨੂੰ ਲੱਗਿਆ ਕਿ ਸਿਸਟਮ ਬਦਲ ਦੇਣਗੇ, ਪਰ ਇਲੈਕਸ਼ਨ ਚ ਆਉਣ ਦਾ ਫੈਸਲਾ ਕਰ ਲਿਆ। ਰਾਇਆਂ ਵੀ 2 ਫੜ ਹੋ ਗਈਆਂ, ਜੱਗਾਂ ਜਿਨ੍ਹਾਂ ਨੇ ਹਮਾਇਤ ਦੇਣੀ ਸੀ ਉਹ ਵੀ 2 ਫੜ ਹੋ ਗਏ, ਹਮਾਇਤ ਲੈਣ ਵਾਲੇ ਤਾਂ 2 ਫੜ ਹੋ ਹੀ ਗਏ। ਪਰ ਹੁਣ ਫਿਰ ਥਿੜਕਦਾ ਕੋਈ ਨਜ਼ਰ ਆ ਰਿਹਾ ਨਹੀਂ। ਦੇਖੋ ਜਿਵੇਂ ਇਹਨਾਂ ਨੇ 2 ਟਿਕਟਾਂ ਵਾਪਸ ਲੈ ਲਈਆਂ, ਔਰ ਕਮਾਲ ਦੀ ਗੱਲ ਹੈ ਕਿ ਜਿਹੜੀ ਪਰਸੋਂ ਸੂਚੀ ਜਾਰੀ ਹੋਈ ਆ ਉਹਦੇ ਵਿੱਚ ਤੇ ਦਿਲਚਸਪ ਚੀਜ਼ ਵੇਖਣ ਨੂੰ ਮਿਲੀ ਕਿ ਇੱਕ ਬੰਦਾ ਖੰਨੇ ਏਰੀਏ ਦੇ ਵਿੱਚ ਉਹ ਟਿਕਟ ਲੈ ਗਿਆ। ਹਾਲਾਂਕਿ ਚਲੋ ਰਸੂਖਦਾਰ ਰਿਹਾ, ਐਸੀ ਗੱਲ ਨਹੀਂ ਹੈ, ਜਿਹੜਾ ਸਵੇਰੇ ਭਾਜਪਾ ਦੇ ਪ੍ਰੋਗਰਾਮ 'ਚ ਬੈਠਾ ਸੀਗਾ। ਮਤਲਬ ਕਿ ਢੀਂਡਸਿਆਂ ਦਾ ਵੀ ਖਾਸਮ ਖਾਸ ਸੀਗਾ। ਠੀਕ ਹੈ, ਤੇ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਬੈਠਾ ਸੀਗਾ। ਸ਼ਾਮ ਨੂੰ ਇਹਨਾਂ ਵੱਲੋਂ ਟਿਕਟ ਲੈ ਗਿਆ। ਲੁਧਿਆਣੇ ਦੇ ਕਾਰੋਬਾਰ ਦੀ ਇੱਕ ਟਿਕਟ ਦਾ ਰੌਲਾ ਬਹੁਤ ਜ਼ਿਆਦਾ ਪਿਆ ਵਾ। 2 ਟਿਕਟਾਂ ਵਾਪਸ ਕਰਨੀਆਂ ਪਈਆਂ ਮੇਰੇ ਖਿਆਲ ਦੇ ਨਾਲ, ਠਾਕੁਰ ਬਲਰਾਜ ਸਿੰਘ ਵਾਲੀ ਵੀ ਜੀ। ਸੋ ਇਸ ਕਰਕੇ ਕਾਫੀ ਫੈਸਲੇ ਆ ਜਿਨ੍ਹਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ। ਮਸਲਨ ਇਹ ਹੈ, ਇੱਕ ਤਾਂ ਵਿਵਾਦ ਹੁਣ ਤੁਸੀਂ ਦੇਖਿਆ ਹੋਣਾ ਕਿ ਇੱਕ ਕਾਮਰੇਡ ਨੇ ਵੀ ਟਿਕਟ ਵਾਪਸ ਕਰ ਦਿੱਤੀ ਹੈ, ਸ਼ਾਇਦ ਸਮਾਓ ਸਾਹਿਬ ਨੇ। ਜੀ ਜੀ ਬਿਲਕੁਲ, ਉਹਨਾਂ ਨੇ ਕਿਹਾ ਕਿ ਦੇਖੋ CPI ਹੈ ਜਾਂ CPI ML ਹੈ, ਉਹਨਾਂ ਦਾ ਆਪਸ ਦੇ ਵਿੱਚ ਇਹ ਕਹਿਣਾ ਵਾ ਕਿ ਦੇਖੋ ਸਾਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਹਿਲਾਂ ਹੀ ਜੋ ਸਿੰਬਲ ਹੁੰਦਾ ਹੈ ਜਾਂ ਪਹਿਲਾਂ ਹੀ ਸਾਡਾ ਜਿਹੜਾ ਰਾਜਨੀਤਿਕ ਪ੍ਰਭਾਵ ਤੈਅ ਆ। ਠੀਕ ਹੈ, ਤੇ ਅਸੀਂ ਤਾਂ ਚੋਣ ਨਿਸ਼ਾਨ ਆਪਣਾ ਉਹੀ ਇਸਤੇਮਾਲ ਕਰਾਂਗੇ, ਅਸੀਂ ਤੁਹਾਡੇ ਵਿੱਚ ਮਰਜ਼ ਕਿਉਂ ਆਈਏ। ਇਹ ਵੀ ਇੱਕ ਬਹੁਤ ਵੱਡਾ ਵਿਵਾਦ ਬਣਿਆ ਪਿਆ। ਮਤਲਬ ਕਿ ਕਈ ਥਾਵਾਂ ਤੇ ਹੀ ਜੇ ਤੁਸੀਂ ਦੇਖੋਗੇ ਨਾ, ਇਹ ਇਹਨਾਂ ਦੇ ਫੈਸਲੇ ਜਿਹੜੇ ਆ। ਵੈਸੇ ਰਜਿਸਟ੍ਰੇਸ਼ਨ ਵਾਲਾ ਅਲੱਗ ਤੋਂ ਰੌਲਾ ਕਿ ਰਜਿਸਟ੍ਰੇਸ਼ਨ ਨਹੀਂ ਹੋ ਪਾ ਰਹੀ, ਔਰ ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਨੇ ਉਹ ਸਾਰਾ ਪਰਫਾਰਮਾ ਵਗੈਰਾ ਜੋ ਵੀ ਹੈ ਬਣਾ ਕੇ ਭੇਜਿਆ, ਉਹਨਾਂ ਨੇ ਕਈ ਊਣਤਾਈਆਂ ਜਿਹੜੀਆਂ ਛੱਡ ਦਿੱਤੀਆਂ ਨੇ। ਬਿਲਕੁਲ, ਟ੍ਰਿਬਿਊਨ ਨੇ ਰਿਪੋਰਟ ਕੀਤਾ ਹੈ ਇਸ ਮੁੱਦੇ ਤੇ। ਸੋ ਕਹਿਣ ਦਾ ਮਤਲਬ ਕਿ ਉਹ ਤੇ ਚਲੋ ਚੀਜ਼ਾਂ ਠੀਕ ਹੈ, ਨਾ ਵੀ ਮਿਲੇਗਾ ਰਜਿਸਟ੍ਰੇਸ਼ਨ ਦੇ ਰਾਹੀਂ ਚੋਣ ਨਿਸ਼ਾਨ ਨਹੀਂ ਮਿਲੇਗਾ ਤਾਂ ਇਲੈਕਸ਼ਨ ਤੇ ਲੜਿਆ ਹੀ ਜਾਊਗਾ। ਉਹ ਜਿਵੇਂ ਸਨੀ ਦਿਓਲ ਦਾ ਸੀ ਨਾ, ਜੇ ਮੋਹਰ ਨਹੀਂ ਲੱਗੇਗੀ ਤੇ ਕੀ ਤਾਰਾ ਸਿੰਘ ਪਾਕਿਸਤਾਨ ਨਹੀਂ ਜਾਏਗਾ। ਬਿਲਕੁਲ,
ਤਾਂ ਉਹ ਇਹ ਆ ਕਿ ਇਲੈਕਸ਼ਨ ਤੇ ਲੜ ਹੀ ਲੈਣਾ ਹੈ, ਇੱਕ ਜੁਆਇੰਟਲੀ ਤੁਹਾਨੂੰ ਸਿੰਬਲ ਮਿਲ ਜਾਂਦਾ ਹੁੰਦਾ ਹੈ, ਉਹ ਕੋਈ ਪ੍ਰੋਬਲਮ ਨਹੀਂ ਹੈਗੀ। ਬੇਸਿਕਲੀ ਪ੍ਰੋਬਲਮ ਤੇ ਇਸ ਗੱਲ ਤੋਂ ਹੀ ਹੈ ਕਿ ਫੈਸਲੇ ਜਿਸ ਤਰ੍ਹਾਂ ਦੇ ਲਏ ਜਾ ਰਹੇ ਆ, ਔਰ ਸਭ ਤੋਂ ਵੱਡੀ ਗੱਲ ਕੁਝ ਮਤਲਬ ਕਿ ਟਿਕਟਾਂ ਇਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਕੰਟਰੋਵਰਸ਼ੀਅਲ ਨੇ, ਕੁਝ ਅੱਛੀਆਂ ਵੀ ਨੇ, ਐਵੇਂ ਆਪਾਂ ਕਹੀਏ। ਪਰ ਰੌਲਾ ਜੇ ਤੁਸੀਂ ਅਲਟੀਮੇਟਲੀ ਦੇਖੋਗੇ ਤਾਂ ਇਸ ਥਾਂ ਤੇ ਆ ਕੇ ਨਿਬੜਦਾ ਵਾ ਕਿ ਕਾਲ ਦੇ ਵਿੱਚ ਕਦਮ ਜਿਹੜੇ ਚੁੱਕੇ ਗਏ ਸਨ, ਉਹ ਅੱਜ ਦੀ ਤਾਰੀਖ ਦੇ ਵਿੱਚ ਕੁਝ ਐਸੇ ਨਜ਼ਰ ਆ ਰਹੇ ਨੇ ਕਿ ਇਹਨਾਂ ਨੂੰ ਅੱਗੇ ਲਾਉਣ ਵਾਲੇ ਜਿਹੜੇ ਲੋਕ ਆ, ਹੁਣ ਮੈਨੂੰ ਲੱਗਦਾ ਕਿ ਪਿੱਛੇ ਹਟ ਗਏ ਨੇ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਆ ਨਾ ਕਿ ਫਸਾ ਕੇ ਕਿਸੇ ਨੂੰ ਪਾਸੇ ਹੋ ਜਾਣਾ, ਕਿ ਲੈ ਹੁਣ ਕੁਲੀ ਚੱਲ ਜੀ। ਜਿਨ੍ਹਾਂ ਬੰਦਿਆਂ ਨੇ ਰਾਏ ਦਿੱਤੀ ਹੈ, ਹਾਲਾਂਕਿ ਰਾਜੇਵਾਲ ਆਪਣੀ ਮਨਮਰਜ਼ੀ ਦੇ ਮਾਲਕ ਨੇ, ਬਿਲਕੁਲ ਉਹਨਾਂ ਦਾ ਹਮੇਸ਼ਾ ਇੱਕ ਆਖੜ ਸੁਭਾਅ ਰਿਹਾ ਹੈ ਕਿ ਮੈਂ ਫੈਸਲਾ ਲੈ ਲਿਆ। ਉਹਨਾਂ ਦੇ ਖਾਸ ਬੰਦਿਆਂ ਨੇ ਜਾ ਕੇ ਕਿਹਾ ਸੀਗਾ ਜੀ, ਮੈਨੂੰ ਖੁਦ ਇਹਨਾਂ ਦੀ ਜਥੇਬੰਦੀ ਦੇ ਇੱਕ ਲੀਡਰ ਨੇ ਦੱਸਿਆ ਕਿ ਅਸੀਂ ਖੁਦ ਗਏ ਸਮਝਾਉਣ, ਅੱਛਾ ਐਂਡ ਤੱਕ ਵੀ, ਪਰ ਉਹ ਕਹਿੰਦੇ ਕਿ ਨਹੀਂ ਮੈਂ ਫੈਸਲਾ ਲੈ ਲਿਆ। ਉਹ ਅੱਛਾ, ਕੀ ਤੁਸੀਂ ਮੇਰੇ ਨਾਲ ਖਲੋਵੋਗੇ? ਉੱਥੇ ਫਿਰ ਕੀ ਕੀਤਾ ਜਾ ਸਕਦਾ? ਪਰ ਖੁਦ ਤਾਂ ਮੋਦੀ ਦਾ ਫੈਸਲਾ ਵਾਪਸ ਕਰਾਇਆ ਹੈ। ਬਿਲਕੁਲ, ਪਰ ਫੈਸਲਾ ਜਿਹੜਾ ਉਹਨਾਂ ਵੱਲੋਂ ਲਿਆ ਗਿਆ, ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਸਲਾਹਕਾਰ ਟੀਮ ਸੀਗੀ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਕੋਈ ਦੂਰ ਅੰਦੇਸ਼ਤਾ ਨਹੀਂ ਵਿਖਾਈ ਇਸ ਮਾਮਲੇ ਦੇ ਵਿੱਚ, ਕਿਉਂਕਿ ਤੁਸੀਂ ਪਰਿਸਥਿਤੀਆਂ ਦਾ ਸਹੀ ਅੰਕਲਨ ਕਰਕੇ ਹੀ ਬਿਹਤਰ ਰਿਜ਼ਲਟ ਦੇ ਸਕਦੇ ਹੋ। ਤਾਂ ਪਰਿਸਥਿਤੀਆਂ ਦਾ ਅੰਕਲਨ ਮੇਰੇ ਖਿਆਲ ਦੇ ਨਾਲ ਸਹੀ ਢੰਗ ਨਾਲ ਨਹੀਂ ਹੋਇਆ। ਅੱਜ ਦੀ ਤਰੀਕ ਦੇ ਵਿੱਚ ਲੋਕ ਸਵਾਲ ਕਰ ਰਹੇ ਆ ਕਿ ਕਿੱਥੋਂ ਜਿੱਤੋਗੇ ਭਾਈ, ਕਿੱਥੋਂ ਤੁਸੀਂ ਵੋਟਾਂ ਕੱਢੋਗੇ, ਕਿਹੜੀ ਸੀਟ ਕੱਢ ਸਕਦੇ ਹੋ ਤੁਸੀਂ? ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਇਸ ਵੇਲੇ ਕਾਫੀ ਜ਼ਿਆਦਾ ਇਹਨਾਂ ਨੂੰ ਕ੍ਰਿਟਿਸਿਜ਼ਮ ਵੀ ਝੱਲਣਾ ਪੈ ਰਿਹਾ, ਕੰਟਰੋਵਰਸੀ ਵੀ ਹੈ, ਪਰ ਹਾਂਜੀ, ਪਰ ਮਤਲਬ ਕਿ ਗੱਲ ਇਹ ਹੈ ਪ੍ਰਵੀਨ ਜੀ ਕਿ ਕੋਈ ਰਿਜ਼ਲਟ ਵੀ ਨਹੀਂ ਕਿਸੇ ਪਾਸਿਓਂ ਆਉਂਦਾ ਜਾਂਦਾ। ਇਸ ਕਰਕੇ ਕਈ ਫੈਸਲੇ ਆ, ਮੇਰਾ ਮੰਨਣਾ ਇਹੀ ਹੈ ਕਿ ਪਰਿਸਥਿਤੀਆਂ ਦਾ ਅੰਕਲਨ ਜਿਹੜਾ ਉਹ ਠੀਕ ਢੰਗ ਨਾਲ ਨਹੀਂ ਹੋ ਸਕਿਆ, ਔਰ ਸਲਾਹਕਾਰਾਂ ਨੇ ਫਸਾਤਾ, ਔਰ ਸਲਾਹਕਾਰ ਹੀ ਬੇੜਾ ਗਰਕ ਕਰਦੇ ਹੁੰਦੇ ਆ। ਸੁਖਬੀਰ ਸਿੰਘ ਬਾਦਲ ਦਾ ਬੇੜਾ ਗਰਕ ਕਰਨ ਵਾਲੇ ਕੌਣ ਆ? ਕੈਪਟਨ ਅਮਰਿੰਦਰ ਸਿੰਘ ਦਾ ਬੇੜਾ ਗਰਕ ਕਰਨ ਵਾਲੇ ਕੌਣ ਆ? ਰਾਹੁਲ ਗਾਂਧੀ। ਸੋ ਇਹ ਜਿਹੜੇ ਸਲਾਹਕਾਰ ਨੇ ਨਾ, ਕਈ ਵਾਰ ਤੁਹਾਨੂੰ ਫਸਾ ਦਿੰਦੇ ਆ। ਅੱਜ ਉਹ ਸਲਾਹਕਾਰ ਲੱਭਦੇ ਨਹੀਂ ਜਿਹੜੇ ਆ, ਤੁਸੀਂ ਪਿੱਛੇ ਝਾਕੋ, ਹਫ਼ਤਾ 10 ਦਿਨ 20 ਦਿਨ ਜੇ ਤੁਸੀਂ ਪਿੱਛੇ ਝਾਕ ਕੇ ਦੇਖੋਗੇ, ਉਦੋਂ ਬੜੇ ਲੀਡਰ, ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਬੜੀਆਂ ਬਾਈਟਾਂ ਦਿੰਦੇ ਸਨ, ਬੜੇ ਵੱਡੇ ਦਾਅਵੇ ਕਰਦੇ ਸੀ। ਅੱਜ ਰਾਜੇਵਾਲ ਹੋਰੀ ਇਕੱਲੇ ਪਏ ਨਜ਼ਰ ਆ ਰਹੇ ਨੇ ਜੀ। ਇਹ ਤਾਂ ਹੈ, ਬਿਲਕੁਲ ਹੈ। ਹਾਂ, ਇੱਕ ਫੈਸਲਾ ਇਹ ਅੱਛਾ ਹੋ ਗਿਆ ਕਿ ਲੱਖੇ ਸਿਧਾਣੇ ਨੂੰ ਸਪੋਰਟ ਕਰਤੀ ਇਹਨਾਂ ਨੇ, ਟਿਕਟ ਦੇ ਦਿੱਤੀ ਹੈ। ਵੈਸੇ ਉਹ ਤੇ ਪਹਿਲਾਂ ਹੀ ਆਪਦਾ ਇਲੈਕਸ਼ਨ ਹੈ ਜਿਹੜਾ ਉਹ ਲੜ ਰਿਹਾ ਸੀਗਾ। ਹੁਣ ਲੋਕ ਕਹਿੰਦੇ ਕਿ ਘੱਟੋ ਘੱਟ ਹੋ ਸਕਦਾ ਕੋਈ ਖਾਤਾ ਖੁੱਲ ਜਾਵੇ ਕਿਸੇ ਪਾਸਿਓਂ। ਪਰ ਗੱਲ ਇਹ ਹੈ ਕਿ ਤੁਸੀਂ ਗਰਾਊਂਡ ਤੇ ਵੀ ਜੇ ਦੇਖੋਗੇ ਤਾਂ ਹਾਲ ਦੀ ਘੜੀ ਕੋਈ ਪ੍ਰਚਾਰ ਨਹੀਂ ਹੈ, ਆਪਣੇ ਪੱਧਰ ਤੇ ਕੈਂਡੀਡੇਟ ਜ਼ਰੂਰ ਲੱਗੇ ਹੋਏ ਨੇ, ਪਰ ਇੱਕ ਜਥੇਬੰਦਕ ਢਾਂਚੇ ਨਾਲ ਤੁਸੀਂ ਪ੍ਰਚਾਰ ਕਰਨਾ, ਏਜੰਡਾ ਦੇਣਾ, ਏਜੰਡਾ ਵੀ ਤੈਅ ਨਹੀਂ ਕਰ ਸਕੇ ਹਾਲ ਦੀ ਘੜੀ ਤੁਸੀਂ। ਹਾਂਜੀ ਭਾਈ, ਕੀ ਤੁਹਾਡਾ ਮੈਨੀਫੈਸਟੋ ਹੈ, ਕੀ ਏਜੰਡਾ ਹੈ ਤੁਹਾਡਾ? ਕਿਉਂਕਿ ਸਾਰੇ ਵੋਟਰ ਦੇ ਵਿੱਚ ਤੇ ਸਾਰੇ ਵਰਗ ਆ ਗਏ ਨਾ, ਸਾਰੇ ਵਰਗ ਆ ਗਏ। ਹਾਂਜੀ, ਸੋ ਕਾਫੀ ਜ਼ਿਆਦਾ ਮੇਰੇ ਖਿਆਲ ਦੇ ਨਾਲ ਕਹਿ ਲਓ ਕਿ ਉਲਝਵੀਂ ਸਥਿਤੀ ਬਣ ਗਈ ਆ। ਇਹ ਤੇ ਉਹ ਜਿੱਦਾਂ ਕਹਿ ਲਈਏ ਨਾ ਕਿ ਇੱਕ ਸ਼ਬਦ ਇਸਤੇਮਾਲ ਕਰਦੇ ਆ ਅੰਗਰੇਜ਼ੀ ਦੇ ਵਿੱਚ, ਡੈਟਰੈਂਸ। ਠੀਕ ਹੈ, ਭੈ ਜੀ, ਇੱਕ ਖੌਫ ਹੁੰਦਾ ਹੈ ਕਿਸੇ ਚੀਜ਼ ਦਾ। ਮਤਲਬ ਕਿ ਜਿੱਦਾਂ ਇੱਕ ਮਿਸਾਲ ਦੇ ਤੌਰ ਤੇ ਕਿ ਆ ਜਿਹੜੇ ਐਟਮੀ ਹਥਿਆਰ ਨੇ, ਉਹ ਕੀ ਹੈ? ਇੱਕ ਦੂਜੇ ਦਾ ਡਰ ਹੈ, ਖੌਫ ਹੈ। ਇਹ ਤਾਂ ਆਪਾਂ ਨੂੰ ਪਤਾ ਹੈ ਕਿ ਸ਼ਾਇਦ ਹੀ ਦੁਨੀਆ ਚ ਹੁਣ ਉਹ ਕਿਤੇ ਇਸਤੇਮਾਲ ਹੋਣਗੇ, ਪਰ ਡਰ ਹੈ ਨਾ, ਡਰ ਕਿ ਇਹ ਐਟਮੀ ਤਾਕਤ ਆ, ਉਹ ਐਟਮੀ ਤਾਕਤ ਆ। ਹੁਣ ਉਹ ਜਿਹੜੀ ਐਟਮੀ ਤਾਕਤ ਮੰਨ ਲਓ ਉਹਦੇ ਵਿੱਚ ਕੁਛ ਹੈ ਹੀ ਨਹੀਂ ਹੈ, ਉਹਦਾ ਡਰ ਖਤਮ ਹੋ ਜਾਏਗਾ ਕਿ ਇਹਨਾਂ ਕੋਲ ਐਟਮੀ ਹਥਿਆਰ ਤੇ ਚਲਾਉਣ ਵਾਲਾ ਹੀ ਹੈ ਨਹੀਂ ਕੋਈ। ਮੰਨ ਲਓ, ਮੈਂ ਗੱਲ ਕਹਿ ਰਿਹਾ, ਹਾਈਪੋਥੈਟੀਕਲੀ ਗੱਲ ਕਹਿ ਰਿਹਾ ਕਿ ਦੁਨੀਆ ਦੇ ਵਿੱਚ ਕਦੇ ਇਸ ਤਰ੍ਹਾਂ ਦੀ ਪਰਿਸਥਿਤੀ ਆਏਗੀ ਨਹੀਂ ਵੈਸੇ ਕਿ ਇਹ ਐਟਮੀ ਚੱਲਣ, ਔਰ ਮੈਂ ਤਾਂ ਕਹਿੰਦਾ ਕਿ ਕਦੇ ਚੱਲਣ ਵੀ ਨਾ, ਔਰ ਐਸਾ ਵੀ ਨਹੀਂ ਹੈ ਕਿ ਕਿਸੇ ਕੋਲ ਚਲਾਉਣ ਵਾਸਤੇ ਨਾ ਹੋਵੇ। ਮੈਂ ਇੱਕ ਜਸਟ ਮਿਸਾਲ ਦਿੰਦਾ ਕਿ ਇੱਕ ਜਿਹੜਾ ਡੈਟਰੈਂਸ ਸੀਗਾ ਨਾ, ਜਿਹੜਾ ਤੁਹਾਡਾ ਭੈ ਸੀ ਕਿ ਰਾਜਨੀਤੀ ਚ ਆ ਕੇ ਤਾਂ ਖਲਾਰਾ ਪਾ ਦੇਣਗੇ, ਉਹ ਮੇਰੇ ਖਿਆਲ ਦੇ ਨਾਲ ਖਤਮ ਹੋ ਗਿਆ। ਹਾਂਜੀ, ਉਹ ਚੀਜ਼ ਜਿਹੜੀ ਹੈ ਨਾ, ਉਹ ਮੇਰੇ ਖਿਆਲ ਦੇ ਨਾਲ, ਚਲੋ ਵੈਸੇ ਇਹ ਹੁੰਦਾ ਹੈ ਪ੍ਰਵੀਨ ਜੀ ਕਿ ਕਈ ਵਾਰ ਆਗਾਜ਼ ਤੁਹਾਡਾ ਸਲੋ ਹੁੰਦਾ ਹੈ, ਆਗਾਜ਼ ਤੁਹਾਡਾ ਸਲੋ ਹੁੰਦਾ ਹੈ, ਪਰ ਜਿਹੜਾ ਖਾਤਮਾ ਹੁੰਦਾ ਫਿਰ ਉਹ ਜ਼ਬਰਦਸਤ ਤਰੀਕੇ ਨਾਲ ਹੋ ਜਾਂਦਾ ਹੈ। ਹੋ ਸਕਦਾ ਹੈ ਤਿਆਰੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਹਤਰ ਤਰੀਕੇ ਨਾਲ ਕਰ ਸਕਣ, ਪਰ ਆ ਪਾਰੀ ਦੀ ਜਿਹੜੀ ਸ਼ੁਰੂਆਤ ਆ ਇਹ ਇੰਨੀ ਠੋਸ ਨਹੀਂ ਰਹੀ, ਇੰਨੀ ਦਮਦਾਰ ਨਹੀਂ ਰਹੀ।
ਭਵਿੱਖ ਦੇ ਵਿੱਚ ਤਾਂ ਸੰਭਾਵਨਾਵਾਂ ਹੋ ਹੀ ਸਕਦੀਆਂ ਨੇ ਮਿੰਟੂ ਜੀ, ਪਰ ਆਪਾਂ ਸ਼ੁਰੂਆਤ ਦਾ ਅੰਕਲਨ ਕਰ ਰਹੇ ਹਾਂ। ਹਾਂਜੀ ਹਾਂਜੀ। ਸਿਆਸੀ ਸੰਘਰਸ਼ੀ ਪਿੱਚ ਤੇ ਇਹਨਾਂ ਨੇ ਬਹੁਤ ਚੌਕੇ ਛਿੱਕੇ ਮਾਰੇ, 40 ਸਾਲਾਂ ਦਾ ਸਾਰੇ ਤਜਰਬੇ ਦੱਸਦੇ ਆ। ਪਰ ਹੁਣ ਆਪਾਂ ਸਿਆਸੀ ਪਿੱਚ ਵਾਲਿਆਂ ਵੱਲ ਆ ਜਾਈਏ। ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ ਜਦੋਂ ਆਏ ਸੀ, ਜਦੋਂ ਗੱਠਜੋੜ ਕੀਤੇ ਤੇ ਬੜੇ ਵੱਡੇ ਦਾਅਵੇ ਕੀਤੇ ਗਏ। ਆਪਾਂ ਇਹਨਾਂ ਨੂੰ ਤਾਂ ਕਹਿ ਦਿੰਦੇ ਕਿ ਭਾਈ ਇਹਨਾਂ ਨੇ ਸਥਿਤੀਆਂ ਨੂੰ ਭਾਂਪ ਨਹੀਂ ਸਕੇ, ਪਰ ਜ਼ਰਾ ਉਹਨਾਂ ਬਾਰੇ ਵੀ ਦੱਸ ਦਿਓ ਜਿਹੜੇ ਹੁਣ ਤੱਕ ਰਾਜ ਭੋਗਦੇ ਰਹੇ। ਨਹੀਂ ਦੇਖੋ, ਇਸ ਵੇਲੇ ਜੋ ਇੱਕ ਸਟੇਟਮੈਂਟ ਬੜੀ ਚਰਚਿਤ ਹੋਈ ਆ ਉਹ ਇਹ ਆ ਕਿ ਇਹਨਾਂ ਦਾ ਟਿਕਟਾਂ ਦੀ ਵੰਡ ਨੂੰ ਲੈ ਕੇ ਰੌਲਾ ਹੈ। ਠੀਕ ਹੈ। ਅਕਾਲੀ ਦਲ ਸੰਯੁਕਤ ਵਾਲਿਆਂ ਦਾ ਜਾਂ ਪੰਜਾਬ ਲੋਕ ਕਾਂਗਰਸ ਵਾਲਿਆਂ ਦਾ। ਹੁਣ ਜਿਹੜੇ ਛੋਟੇ ਢੀਂਡਸਾ ਸਾਹਿਬ ਆ ਉਹ ਤੇ ਮੂੰਹ ਇੱਕ ਗੱਲ ਕਹਿ ਰਹੇ ਨੇ। ਠੀਕ ਹੈ। ਨੰਬਰ 1 ਉਹ ਕਹਿੰਦੇ ਆ ਕਿ ਰਣਿੰਦਰ ਸਿੰਘ ਦਾ ਰਵੱਈਆ ਇਹੋ ਜਿਹਾ ਰਿਹਾ ਕਿ ਇਹਨਾਂ ਨੇ ਟਿਕਟਾਂ ਦੀ ਵੰਡ ਦਾ ਪ੍ਰੋਗਰਾਮ ਜਿਹੜਾ ਸੀਗਾ ਸਾਡਾ ਉਹ ਸਾਰਥਕ ਢੰਗ ਦੇ ਨਾਲ ਨੇਪਰੇ ਨਹੀਂ ਚੜਨ ਦਿੱਤਾ। ਉਹ ਅੱਛਾ। ਵੈਸੇ ਜੇ ਤੁਸੀਂ ਦੇਖੋਗੇ ਤਾਂ ਅਮਰਿੰਦਰ ਸਿੰਘ ਇੱਕ ਹੋਰ ਯਤਨ ਕਰ ਰਹੇ ਆ ਕਿ ਰਣਿੰਦਰ ਸਿੰਘ ਨੂੰ ਸਥਾਪਿਤ ਕਰ ਲਿਆ ਜਾਵੇ ਰਾਜਨੀਤੀ 'ਚ। ਠੀਕ ਹੈ। ਜੇ ਤੁਸੀਂ ਦੇਖੋਗੇ ਤਾਂ ਪਰਦੇ ਦੇ ਪਿੱਛੇ ਜਿਹੜੀ ਇਹ ਸਾਰੀ ਭੂਮਿਕਾ ਰਣਿੰਦਰ ਸਿੰਘ ਦੇ ਪੱਲੇ ਪਈ ਸੀਗੀ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਵਗੈਰਾ ਜੋ ਵੀ ਕੰਮ ਨੇਪਰੇ ਚਾੜਨੇ ਨੇ ਉਹਦੀ ਜ਼ਿੰਮੇਵਾਰੀ ਰਣਿੰਦਰ ਸਿੰਘ ਤੇ ਹੈ। ਤੇ ਰਣਿੰਦਰ ਸਿੰਘ ਦਾ ਰਵੱਈਆ ਹਮੇਸ਼ਾ ਕਹ ਲਓ ਕਿ ਆਲੋਚਨਾ ਦੇ ਘੇਰੇ 'ਚ ਰਹਿੰਦਾ ਹੈ। ਠੀਕ ਹੈ। ਪੋਲੀਟੀਕਲੀ ਉਹਨਾਂ ਦੀ ਜਿਹੜੀ ਅਪਰੋਚ ਹੈ, ਕਿਸੇ ਵੀ ਬੰਦੇ ਦੀ ਇੱਕ ਅਪਰੋਚ ਹੁੰਦੀ ਹੈ ਤਾਂ ਉਹਦੇ ਤੇ ਹਮੇਸ਼ਾ ਸ਼ੱਕ ਰਿਹਾ ਹੈ, ਉਹਨਾਂ ਦੀ ਪਹੁੰਚ ਤੇ ਸ਼ੱਕ ਰਿਹਾ ਹੈ ਜੀ। ਅੱਛਾ। ਕਿ ਉਹਨਾਂ ਦੀ ਜਿਹੜੀ ਸਿਆਸੀ ਸੂਝ ਹੈ, ਸਿਆਸੀ ਪਹੁੰਚ ਹੈ ਜਿਹੜੀ ਉਹ ਪਾਏਦਾਰ ਨਹੀਂ ਹੈ। ਪਹੁੰਚ ਤੇ ਸ਼ੱਕ ਨਾ ਤੁਹਾਡੀ ਸਮਰੱਥਾ ਤੇ ਸ਼ੱਕ ਕਰਾ ਦਿੰਦੀ ਹੈ। ਉਹੀ ਹੁੰਦੀ ਹੈ ਨਾ, ਉਹੀ ਤੁਹਾਡੀ ਕਾਬਲੀਅਤ ਹੀ ਹੁੰਦੀ ਹੈ, ਕਾਬਲੀਅਤ ਹੀ ਹੁੰਦੀ ਆ। ਤਾਂ ਬਹਰਹਾਲ ਛੋਟਾ ਢੀਂਡਸਾ ਨੇ ਤੇ ਇੱਕ ਬੜਾ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਅਮਰਿੰਦਰ ਸਿੰਘ ਹੋਰੀ ਹੈ ਇਹਨਾਂ ਨੇ ਕੁਝ ਟਿਕਟਾਂ, ਜਿਵੇਂ ਸਾਡਾ ਜ਼ੋਰ ਸੀਗਾ ਬਠਿੰਡੇ ਦੇ ਵਿੱਚ, ਮੁਕਤਸਰ ਸਾਹਿਬ ਦੇ ਵਿੱਚ, ਮੋਹਾਲੀ ਵਾਲੀ ਅਸੀਂ ਮੰਗ ਰਹੇ ਸਾਂ, ਇਹਨਾਂ ਨੇ ਜਾਣ ਬੁੱਝ ਕੇ ਰੌਲਾ ਪਾ ਕੇ ਆਪਣੇ ਕੋਲ ਟਿਕਟਾਂ ਰੱਖੀਆਂ ਨੇ। ਉਹਦਾ ਕਾਰਨ ਇਹ ਆ ਕਿ ਇਹ ਬਾਦਲਾਂ ਨੂੰ ਕਿਤੇ ਨਾ ਕਿਤੇ ਬਚਾਉਣਾ ਚਾਹੁੰਦੇ ਆ। ਇਹ ਬਹੁਤ ਵੱਡਾ ਬਿਆਨ ਆ, ਬਹੁਤ ਵੱਡਾ, ਇਹ ਬਹੁਤ ਵੱਡੀ ਸਟੇਟਮੈਂਟ ਆ ਕਿ ਜਿਹੜਾ ਰੌਲਾ ਇਹ ਪਾਉਂਦੇ ਸਨ ਦੂਸਰੇ ਇਹਨਾਂ ਦੇ ਸਿਆਸੀ ਵਿਰੋਧੀ ਕਿ ਹਾਂ ਭਾਈ ਇਹ ਰਲੇ ਮਿਲੇ ਆ, ਤਾਂ ਅੱਜ ਤੁਸੀਂ ਦੇਖੋਗੇ ਤੇ ਜਿਹੜੇ ਇਹਨਾਂ ਦੇ ਅਲਾਈਅੰਸ ਪਾਰਟਨਰ ਆ ਉਹ ਖੁਦ ਕਹਿ ਰਹੇ। ਔਰ ਵੈਸੇ ਜੇ ਤੁਸੀਂ ਦੇਖੋਗੇ ਤਾਂ ਲੰਬੀ ਇਹਨਾਂ ਨੇ ਛੱਡ ਦਿੱਤੀ ਜੀ। ਅਮਰਿੰਦਰ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਲੰਬੀ ਦੀ ਸੀਟ ਇਹਨਾਂ ਨੂੰ ਭਾਜਪਾ ਦੇਣਾ ਚਾਹੁੰਦੀ ਸੀ ਕਿਉਂਕਿ ਲੰਬੀ ਤੋਂ ਇਲੈਕਸ਼ਨ ਲੜੇ ਆ ਪਹਿਲਾਂ। ਹਾਂ ਲੜੇ, ਪਰ ਨਹੀਂ, ਲੰਬੀ ਖਾਲੀ ਛੱਡ ਦਿੱਤੀ ਗਈ ਹੈ। ਮਜੀਠਾ ਵੀ ਖਾਲੀ ਛੱਡ ਦਿੱਤਾ ਗਿਆ। ਅਰੇ ਵਾਹ। ਤਾਂ ਕਿਤੇ ਨਾ ਕਿਤੇ ਉਹ ਜਿਹੜੇ ਸਵਾਲ ਛੋਟੇ ਢੀਂਡਸੇ ਨੇ ਚੁੱਕੇ, ਸਵਾਲ ਕੋਈ ਇਹ ਨਹੀਂ ਹੈ ਕਿ ਆਪਾਂ ਲੀਕ ਮਾਰ ਕੇ ਉਹਨਾਂ ਨੂੰ ਖਤਮ ਕਰ ਦਈਏ ਕਿ ਲੈ ਕਾਂਟਾ ਆਇਆ ਹੈ ਜੀ। ਬਿਲਕੁਲ ਐਸਾ ਨਹੀਂ ਹੈ। ਸਵਾਲ ਬੜੇ ਵਜ਼ਨਦਾਰ ਨੇ ਕਿ ਹਾਂ ਭਾਈ ਚਲੋ ਕਿਹਦਾ ਕਿੰਨਾ ਕੋਈ ਜ਼ੋਰ ਆ, ਕਿਹਦੀ ਕਿੰਨੀ ਕੋਈ ਤਾਕਤ ਆ ਕਿਸ ਏਰੀਏ ਦੇ ਵਿੱਚ, ਉਹ ਤੇ ਪਤਾ ਲੱਗ ਜਾਣਾ ਆ। ਪਰ ਮੈਦਾਨ ਕਿਸੇ ਨੂੰ ਛੱਡਣਾ। ਪਰ ਜਿਹੜੀ ਉਹ ਗੱਲ ਕਹਿ ਰਹੇ ਆ ਕਿ ਵੇਖੋ ਭਾਈ ਅਸਲ ਦੇ ਵਿੱਚ ਇਹ ਇੱਕ ਦੂਜੇ ਨੂੰ ਬਚਾਉਣ ਵਿੱਚ ਲੱਗੇ ਹੋਏ ਆ ਜਦ ਕਿ ਅਸੀਂ ਇੱਥੇ ਮਾਰ ਕਰਦੇ ਸਾਂ, ਇਹ ਬਹੁਤ ਵੱਡਾ ਦੋਸ਼ ਆ। ਤਾਂ ਅਮਰਿੰਦਰ ਸਿੰਘ ਦਾ ਇਹਨਾਂ ਟਿਕਟਾਂ ਦੀ ਵੰਡ ਨੂੰ ਲੈ ਕੇ ਰੌਲਾ ਰਿਹਾ। ਵੈਸੇ ਤਾਂ ਜੇ ਤੁਸੀਂ ਦੇਖੋ ਕਿ ਢੀਂਡਸਾ ਹੋਰਾਂ ਦਾ ਵੀ ਕਈ ਥਾਈਂ ਦਾ ਲੱਗਾ ਵਾ। ਠੀਕ ਹੈ। ਜਿਵੇਂ ਜੇ ਤੁਸੀਂ ਗੱਲ ਕਰੋਗੇ ਤਾਂ ਕੁਝ ਸੀਟਾਂ ਇਹੋ ਜਿਹੀਆਂ ਨੇ, ਖਾਸ ਤੌਰ ਤੇ ਜੇ ਆਪਾਂ ਇੱਧਰ ਦੇਖੀਏ ਦੁਆਬੇ ਬੰਨੀ ਇੱਕ ਸੀਟ ਤੇ ਸਾਰਾ ਕੁਝ ਜਿਹੜਾ ਤੈਅ ਹੋ ਗਿਆ ਸੀ ਸ਼ਾਮ 84 ਤੇ ਕਿ ਸਾਂਪਲਾ ਫੈਮਿਲੀ ਨੂੰ ਜਾ ਰਹੀ ਆ। RSS ਦੀ ਟੀਮ ਲਗਾਤਾਰ ਉੱਥੇ ਸਰਵੇ ਕਰਕੇ ਲਗਾਤਾਰ ਉੱਥੇ ਰਹਿ ਰਹੀ ਸੀਗੀ। ਐਨ ਮੌਕੇ ਤੇ ਅਕਾਲੀ ਦਲ ਸੰਯੁਕਤ ਟਿਕਟ ਲੈ ਗਿਆ ਸ਼ਾਮ 84 ਵਾਲੇ। ਕੀ ਬਾਤ ਹੈ। ਉਹ ਇੱਕ ਕਹਿ ਲੋ ਕਿ ਬੜਾ ਜਿੱਦਾਂ ਹੁਣ ਜਿਹੜੇ ਰਾਜਨੀਤੀ ਤੇ ਪੂਰੀ ਬਾਜ਼ ਆਕ ਰੱਖਦੇ ਆ ਉਹਨਾਂ ਵਾਸਤੇ ਬੜਾ ਵੱਡਾ ਝਟਕਾ ਜੀ, ਬੜਾ ਵੱਡਾ ਝਟਕਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਹੋਛਾਪਣ ਦਿਖਾ ਰਹੀ ਹੈ। ਉਹਨੂੰ ਲੱਗ ਨਹੀਂ ਰਿਹਾ ਕਿ ਇੱਥੋਂ ਵੀ ਜਿੱਤ ਸਕਦੇ, ਇੱਥੋਂ ਵੀ ਜਿੱਤ ਸਕਦੇ ਆ। ਤਾਂ ਜਿਹੜੀ ਕੈਲਕੂਲੇਸ਼ਨ ਜਦੋਂ ਤੁਹਾਡੀ ਗੜਬੜ ਆ ਜਾਂਦੀ ਹੈ ਤਾਂ ਫੇਰ ਕੰਮ ਖਰਾਬ ਹੋ ਜਾਂਦਾ। ਹੁਣ ਸਾਂਪਲਿਆਂ ਨੂੰ ਹੋ ਸਕਦਾ ਕਿਸੇ ਹੋਰ ਹਲਕੇ ਤੋਂ ਸੈੱਟ ਕਰ ਦੇਣ, ਪਰ ਉਹ ਤੇ ਤਿਆਰੀਆਂ ਕਰੀ ਬੈਠੇ ਸੀਗੇ। ਜੀ ਜੀ ਬਿਲਕੁਲ। ਕਿ ਸ਼ਾਇਦ ਵਿਜੇ ਸਾਂਪਲਾ ਜੀ ਜਾਂ ਉਹਨਾਂ ਦੇ ਸੁਪੁੱਤਰ ਆ ਜਿਹੜੇ ਭਤੀਜੇ ਬਾਰੇ ਵੀ ਚਰਚਾ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਮਤਲਬ ਕਿ ਕਾਫੀ ਕੁਝ ਹੈ ਜਿਹੜਾ ਅੰਦਰ ਖਾਤੇ ਚੱਲ ਰਿਹਾ ਹੈ ਕਿ ਸ਼ੀਨਾ ਝਪਟੀ ਵੀ ਹੈਗੀ ਹੈ। ਬਿਲਕੁਲ। ਅੱਛਾ ਮਿੰਟੂ ਜੀ, ਜਾਂਦੇ ਆਂਦੇ ਬਸ ਸੰਖੇਪ ਦੇ ਵਿੱਚ ਹੀ, ਜਦੋਂ ਲੋਕ 605 ਦੇ ਵਿੱਚ ਨੇ ਕਿ ਵੋਟ ਕਿਹਨੂੰ ਦੇਗੀ, ਫਿਰ ਸਿਆਸਤ ਨੇ ਤਾਂ ਦੁਚਿੱਤੀ ਦੇ ਵਿੱਚ ਪੈਣਾ ਹੀ ਹੈ ਨਾ। ਹਾਂਜੀ ਐਤਕੀ ਵਾਕਈ ਬਿਲਕੁਲ। ਜੇ ਥੱਲੇ ਗੱਲ ਕਰੀਏ ਤਾਂ ਵੋਟਰ ਵੀ ਥੋੜਾ ਕਨਫਿਊਜ਼ਡ ਹੈ
ਕਿ ਹਵਾ ਅੱਗੇ ਹਾਂਜੀ ਅੱਗੇ ਹੁੰਦਾ ਨਾ ਕਿ ਹਾਂਜੀ ਕਿ ਫਲਾਣੇ ਦੀ ਹਵਾ, ਫਲਾਣੇ ਦਾ ਭਾਈ ਝੁਕਾ ਇੱਧਰ ਆ ਜਾਂ ਫਲਾਣਾ ਦੀ, ਹਾਂ ਬਿਲਕੁਲ। ਐਤਕੀ ਉਹ ਕੁਛ ਵੀ ਨਹੀਂ, ਐਤਕੀ ਤਾਂ ਲੋਕ ਕਹਿੰਦੇ ਆ ਕਿ ਪਤਾ ਨਹੀਂ ਕੀ ਬਣੇਗਾ, ਪਤਾ ਨਹੀਂ ਕੀ ਬਣੇਗਾ। ਵੋਟਰ ਵੀ ਖੁਦ ਕਨਫਿਊਜ਼ਡ ਆ ਕਿ ਕੀ ਬਣੇਗਾ। ਸੋ ਪਤਾ ਨਹੀਂ ਕੀ ਬਣੇਗਾ, ਪਰ ਜੋ ਵੀ ਬਣੇਗਾ ਉਹਦੀ ਅੱਛੇ ਦੀ ਉਮੀਦ ਕਰਦੇ ਆ। ਪਰ ਮੇਰੇ ਖਿਆਲ ਦੇ ਨਾਲ ਕੁਛ ਇਲਾਕਿਆਂ ਚੋਂ, ਕੁਛ ਹਲਕਿਆਂ ਚੋਂ ਸਾਨੂੰ ਬੜੇ ਸਰਪ੍ਰਾਈਜ਼ ਮਿਲਣਗੇ, ਇਹ ਮੇਰਾ ਮੰਨਣਾ ਹੈ। ਸਰਪ੍ਰਾਈਜ਼ ਮਿਲਣਗੇ, ਇਹ ਹਾਂਜੀ ਇਹ ਸੰਭਾਵਨਾ ਹੈ ਜੀ। ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਖਿਰ ਤੇ ਮਾਨ ਸਾਹਿਬ ਦੀਆਂ ਲਾਈਨਾਂ ਯਾਦ ਆ ਗਈਆਂ, ਜਿਨ੍ਹਾਂ ਲਾਈਨਾਂ ਦੇ ਵਿੱਚ ਉਹ ਕਹਿੰਦੇ ਨੇ ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਪਰ ਜਦੋਂ ਆਪਾਂ ਪੋਲੀਟੀਕਲ ਸਿਸਟਮ ਨੂੰ ਗੱਲਬਾਤ ਕਰ ਰਹੇ ਹਾਂ, ਉਹਦੇ ਬਾਰੇ ਚਰਚਾ ਕਰ ਰਹੇ ਹਾਂ, ਤਾਂ ਉਹਦਾ ਬਣਨਾ ਚਾਹੀਦਾ ਹੈ, ਕਿਉਂਕਿ ਉਹਦੀਆਂ ਪਾਲਿਸੀਆਂ ਬਣਨੀਆਂ ਚਾਹੀਦੀਆਂ। ਲੋਕਾਂ ਨੂੰ ਇੱਕ ਵਧੀਆ ਸਥਾਪਿਤ ਸਰਕਾਰ ਮਿਲਣੀ ਚਾਹੀਦੀ ਹੈ। ਮਜ਼ਬੂਤ ਸਰਕਾਰਾਂ ਨਹੀਂ ਹੁੰਦੀਆਂ, ਮਜ਼ਬੂਤ ਸਰਕਾਰਾਂ ਹਮੇਸ਼ਾ ਡੈਮੋਕ੍ਰੇਸੀ ਨੂੰ ਅੱਗੇ ਲੈ ਕੇ ਜਾਂਦੀਆਂ। ਅਗਲੀ ਵਾਰੀ ਫੇਰ ਮਿਲਾਂਗੇ, ਇਸ ਤਰ੍ਹਾਂ ਗੱਲਬਾਤ ਕਰਾਂਗੇ ਸਿਆਸੀ ਮਾਹੌਲ ਦੇ ਬਾਰੇ। CPC TV ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।